ਕੈਨੇਡੀਅਨ ਐਮਬੈਸੀ ਵੱਲੋਂ ਬਹੁਤ ਸਾਰੀਆਂ ਨਵੀਆਂ ਚੇਂਜਸ ਕੀਤੀਆਂ ਜਾ ਰਹੀਆਂ ਹੈ। ਇਹ ਚੇਂਜਸ ਹਜੇ ਅਨਾਉਂਸ ਨਹੀਂ ਹੋਈਆਂ, ਬਟ ਜਦੋਂ ਅਸੀਂ ਐਪਲੀਕੇਸ਼ਨ ਦੇਖਦੇ ਹਾਂ, ਫਾਈਲ ਜਮ੍ਹਾਂ ਕਰਾਉਂਦੇ ਹਾਂ, ਜਦੋਂ ਕਿਸੇ ਦਾ ਵੀਜ਼ਾ ਲੱਗਦਾ ਜਾਂ ਰਿਫਿਊਜ਼ ਹੁੰਦਾ ਹੈ ਕਿ ਕੰਸਲਟੈਂਟ ਨੂੰ, ਏਜੰਟ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਅੱਜ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਕੀ ਦੇਖਿਆ ਜਾ ਰਿਹਾ ਹੈ। ਬਹੁਤ ਸਾਰੀਆਂ ਚੀਜ਼ਾਂ ਜੋ ਕਿ ਇੱਕ ਏਜੰਸੀ ਤੱਕ ਹੀ ਰਹਿ ਜਾਂਦੀਆਂ, ਇੱਕ ਸਟੂਡੈਂਟ ਤੱਕ ਨਹੀਂ ਪਹੁੰਚਦੀਆਂ। ਜਦੋਂ ਤੁਸੀਂ ਇੱਕ ਸਟੂਡੈਂਟ ਹੁੰਦੇ ਹੋ, ਤੁਹਾਨੂੰ ਵੀਜ਼ਾ ਜਿਹਦਾ ਲੱਗਦਾ ਵਾ ਉਹਦੀ ਇਨਫੋਰਮੇਸ਼ਨ ਮਿਲਦੀ ਹੈ। ਜਿਨ੍ਹਾਂ ਦੇ ਵੀਜ਼ੇ ਰਿਫਿਊਜ਼ ਹੋ ਜਾਂਦੇ ਆ ਉਹਨਾਂ ਦੀ ਇਨਫੋਰਮੇਸ਼ਨ ਨਹੀਂ ਮਿਲਦੀ। ਕਾਰੋਬਾਰ ਸਾਰਿਆਂ ਦੇ ਹੀ ਡਾਊਨ ਹੋਏ ਕਰੋਨਾ 'ਚ। ਗਲੋਬਲ ਰਿਸੈਸ਼ਨ ਹੈ ਇਸ ਟਾਈਮ। ਅਸੀਂ ਕੋਈ ਵੀ ਚੀਜ਼ ਖਰੀਦਦੇ ਹਾਂ, 4 ਵਾਰੀ ਸੋਚਦੇ ਹਾਂ ਪਹਿਲਾਂ। ਮਹਿੰਗਾਈ ਹਰ ਰੋਜ਼ ਵੱਧਦੀ ਪਈ ਹੈ, ਰੁਜ਼ਗਾਰ ਲੋਕਾਂ ਦੇ ਜਾ ਰਹੇ ਹੈ, ਆਮਦਨ ਘਟਦੀ ਪਈ ਹੈ। ਇਹ ਸਾਈਨ ਇਨਫਲੇਸ਼ਨ ਦੇ ਹੈ। ਇਸ ਟਾਈਮ ਪੂਰੀ ਦੁਨੀਆ ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਚੱਲ ਰਿਹਾ ਹੈ ਔਰ ਬੜੀ ਜਲਦੀ ਬਹੁਤ ਸਾਰੇ ਮੁਲਕਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਜਿਹੜੇ ਆਲਰੇਡੀ ਇਹ ਚੀਜ਼ਾਂ ਡਿਕਲੇਅਰ ਕਰ ਦੇਣਗੇ। ਰਿਸੈਸ਼ਨ ਡਿਕਲੇਅਰ ਹੋਣ ਦੇ ਕਗਾਰ 'ਤੇ ਹੈ। ਇਸ ਕਰਕੇ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅੱਜ ਅਸੀਂ ਕਿੱਥੇ ਖੜ੍ਹੇ ਹਾਂ। ਜਿਨ੍ਹਾਂ ਬੱਚਿਆਂ ਦੇ ਵੀਜ਼ੇ ਲਵਾਣੇ ਹੈ, ਜਿਨ੍ਹਾਂ ਦੇ ਵੀਜ਼ੇ ਲੱਗੇ ਹੈ ਜਾਂ ਜਿਨ੍ਹਾਂ ਦੇ ਰਿਫਿਊਜ਼ ਹੋਏ ਹੈ, ਕੀ ਉਹਦੇ 'ਚ ਪੈਰਾਮੀਟਰ ਨੇ, ਕੀ ਚੇਂਜਸ ਹੋਣ ਜਾ ਰਹੀਆਂ। GIC ਅਕਾਊਂਟ ਜਦੋਂ ਕੋਵਿਡ ਨਹੀਂ ਸੀ ਆਇਆ, ਇੱਕ ਵਾਰ ਰੌਲਾ ਪੈ ਗਿਆ ਸੀ ਕਿ $20,000 ਹੋਣ ਜਾ ਰਿਹਾ। ਕਾਰੋਬਾਰ ਤੁਹਾਡਾ ਵੀ ਘਟਿਆ ਸੀ, ਸਾਡਾ ਵੀ ਘਟਿਆ ਸੀ। ਕੋਵਿਡ ਖਤਮ ਹੋ ਚੁੱਕਾ, ਹਰ ਕੋਈ ਆਪਦਾ ਕਾਰੋਬਾਰ ਚਲਾਉਣਾ ਚਾਹੁੰਦਾ ਹੈ। ਜੇ ਅੱਜ ਕੈਨੇਡੀਅਨ ਸਰਕਾਰ ਹਰ ਸਾਲ 10 ਲੱਖ ਲੋਕਾਂ ਨੂੰ ਲੈ ਕੇ ਜਾ ਰਹੀ ਹੈ, ਉਹਦੇ ਪਿੱਛੇ ਮੇਨ ਰੀਜ਼ਨ ਇਕੋਨਮੀ ਦਾ ਵਾ, ਮੇਨ ਰੀਜ਼ਨ ਪੈਸਿਆਂ ਦਾ ਵਾ। ਤੁਹਾਡੇ ਕੈਨੇਡਾ ਜਾਣ ਨਾਲ ਪੈਸੇ ਮਿਲਣੇ ਆ ਉਸ ਮੁਲਕ ਨੂੰ। ਤੁਸੀਂ ਕਾਲਜਾਂ ਦੀਆਂ ਫੀਸਾਂ ਤਾਰਦੇ ਸੀ, ਡਿਪਲੋਮਿਆਂ ਦੀਆਂ, ਵੀਜ਼ਾ ਬੰਦ ਹੋ ਚੁੱਕਾ ਹੈ। ਅੱਜ ਡਿਗਰੀ ਵਾਲੇ ਬੱਚੇ ਨੂੰ ਵੀਜ਼ਾ ਮਿਲਦਾ ਪਿਆ ਜਿਹੜਾ 4 ਸਾਲ ਦੀ ਡਿਗਰੀ 'ਚ ਦਾਖਲਾ ਲੈ ਰਿਹਾ ਹੈ। ਅਸੀਂ 2 ਸਾਲ ਦਾ ਡਿਪਲੋਮਾ ਲੈ ਕੇ 3 ਸਾਲ ਦੀ ਡਿਗਰੀ ਲੈਣਾ ਚਾਹੁੰਦੇ ਸੀ, ਜਿਹਦੇ ਤੇ ਰੋਕ ਲੱਗ ਚੁੱਕੀ ਹੈ। 7 ਬੈਂਡ ਵਾਲੇ ਬੱਚਿਆਂ ਦੇ ਵੀਜ਼ੇ ਰਿਫਿਊਜ਼ ਹੋ ਰਹੇ ਨੇ। ਸਾਡੇ ਕੋਲ ਇੱਕ ਬੱਚੇ ਦਾ 7.5 ਬੈਂਡ ਤੇ ਡਿਪਲੋਮੇ ਕੋਰਸ ਦੇ ਵਿੱਚ ਵੀਜ਼ਾ ਰਿਫਿਊਜ਼ ਹੋ ਕੇ ਆਇਆ। ਬੱਚੇ ਦੇ 92% ਨੰਬਰ ਸੀ, ਬੱਚਾ 2021 ਪਾਸ ਆਊਟ ਸੀ। 5 ਮਹੀਨੇ ਲੱਗੇ ਬੱਚੇ ਨੂੰ ਆਫਰ ਲੈਟਰ ਲੈਣ ਨੂੰ। 6ਵੇਂ ਮਹੀਨੇ ਫਾਈਲ ਲੱਗੀ, 4 ਮਹੀਨੇ ਫਾਈਲ ਰੱਖ ਕੇ ਟੋਟਲ 10 ਮਹੀਨਿਆਂ ਬਾਅਦ ਬੱਚੇ ਨੂੰ ਰਿਫਿਊਜ਼ਲ ਦਿੱਤੀ ਗਈ, ਇਹ ਕਹਿ ਕੇ ਕਿ ਤੁਸੀਂ ਵਾਪਸ ਨਹੀਂ ਆਣਾ। ਸਾਨੂੰ ਸਾਰਿਆਂ ਨੂੰ ਸਮਝਣਾ ਪਏਗਾ ਕਿ ਪੈਸਿਆਂ ਦੀ ਖੇਡ ਹੈ, ਉਹਨਾਂ ਨੂੰ ਤੁਹਾਡੇ ਪੈਸੇ ਚਾਹੀਦੇ ਆ। ਜੇ ਤੁਸੀਂ ਯੂਨੀਵਰਸਿਟੀ 'ਚ ਦਾਖਲਾ ਲੈਂਦੇ ਜੇ ਤਾਂ ਤੁਸੀਂ ਉਹਨਾਂ ਦੇ ਇੰਸਟੀਟਿਊਸ਼ਨ 'ਚ ਦਾਖਲਾ ਲੈ ਰਹੇ ਹੋ ਜਿੱਥੇ ਪੈਸਾ ਗੌਰਮੈਂਟ ਨੂੰ ਜਾਣਾ ਹੈ। ਜੇ ਯੂਨੀਵਰਸਿਟੀ 'ਚ ਜਾਣਾ, ਜਿਹੜਾ ਖਰਚਾ 20 ਲੱਖ ਰੁਪਇਆ ਕਾਲਜ 'ਚ ਹੁੰਦਾ ਸੀ, ਉਹ 30 ਲੱਖ ਰੁਪਇਆ ਹੋ ਜਾਣਾ ਹੈ। ਕੈਨੇਡਾ ਹੁਣ ਮਾੜੇ ਬੰਦੇ ਦੀ ਖੇਡ ਨਹੀਂ ਰਹਿ ਗਈ। ਕਿਸੇ ਵੇਲੇ ਵੀ ਅਸੀਂ ਅਨਾਊਂਸਮੈਂਟ ਸੁਣਾਂਗੇ ਕਿ GIC ਅਕਾਊਂਟ ਜਿਹੜਾ $10,000 ਸੀ ਉਹਨੂੰ $20,000 ਕਰ ਦਿੱਤਾ ਗਿਆ। ਇਮੀਗ੍ਰੇਸ਼ਨ ਦੇ ਵਿੱਚ ਬਹੁਤ ਸਾਰੇ ਬਦਲਾਅ ਹੋ ਰਹੇ ਆ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਨਾਲ ਕੋਈ ਮਾੜਾ ਚੰਗਾ ਨਾ ਹੋਵੇ ਤਾਂ ਸੋਚ ਸਮਝ ਕੇ ਅਪਲਾਈ ਕਰਿਓ। ਅੱਜ ਇਹ ਘੜਾ ਭਰ ਚੁੱਕਾ ਹੈ। ਜਿੰਨੀ ਦੁਨੀਆ ਉਹਨਾਂ ਨੇ ਲਿਜਾਣੀ ਸੀ ਉਹ ਲਿਜਾ ਚੁੱਕੇ ਨੇ। ਅੱਜ ਉਹਨਾਂ ਨੂੰ ਪੈਸੇ ਚਾਹੀਦੇ ਨੇ, ਤੁਹਾਡੇ ਕੋਲੋਂ ਪੈਸਾ ਚਾਹੀਦਾ ਹੈ। ਜਿਹੜੇ ਬੱਚੇ ਯੂਨੀਵਰਸਿਟੀਆਂ 'ਚ ਦਾਖਲਾ ਲਊਗੇ, $30,000 $35,000 ਫੀਸ ਹੁੰਦੀ ਹੈ। ਇੱਦਾਂ ਦੇ ਬੱਚਿਆਂ ਦੇ ਵੀਜ਼ੇ ਅੱਜ ਵੀ ਲੱਗਦੇ ਪਏ ਆ। ਡਿਪਲੋਮੇ ਵਾਲੇ ਬੱਚੇ ਨੂੰ ਸਿਰਫ ਇਸ ਕਰਕੇ ਰਿਫਿਊਜ਼ ਕੀਤਾ ਜਾ ਰਿਹਾ ਕਿ ਉਹ ਡਿਪਲੋਮੇ 'ਚ ਜਾ ਰਿਹਾ। ਔਰ ਅਸੀਂ ਸਾਰੇ ਜਣੇ ਥੋੜ੍ਹੇ ਜਿਹੇ ਸਿਆਣੇ ਬਣੀਏ। ਡਿਪਲੋਮੇ ਦਾ ਵੈਸੇ ਵੀ ਆਊਟਕਮ ਕੋਈ ਬਹੁਤਾ ਵਧੀਆ ਨਹੀਂ ਹੈਗਾ। ਜੇ ਕੈਨੇਡਾ ਜਾਣਾ ਹੀ ਚਾਹੁੰਦੇ ਆ ਤੇ ਦਾਖਲਾ ਹੁਣ ਯੂਨੀਵਰਸਿਟੀ 'ਚ ਲੈਣਾ ਪੈਣਾ, ਬੈਚਲਰ ਡਿਗਰੀ 'ਚ ਲੈਣਾ ਪੈਣਾ ਜੇ ਅਸੀਂ ਵੀਜ਼ਾ ਚਾਹੁੰਦੇ ਆ। ਡਿਪਲੋਮੇ ਵਾਲੇ ਬੱਚਿਆਂ ਨੂੰ ਸਿੱਧੀ ਨਾ ਹੋ ਚੁੱਕੀ ਹੈ, ਜਿਹੜੇ ਕਾਲਜਾਂ ਦੇ ਵਿੱਚ ਅਪਲਾਈ ਕਰਦੇ ਸੀ। ਇਸ ਕਰਕੇ ਤੁਸੀਂ ਵੀ ਆਪ ਦਾ ਸਮਾਂ ਖਰਾਬ ਨਾ ਕਰੋ। ਜੇ ਕਿਸੇ ਡਿਪਲੋਮਾ ਵਾਲੇ ਕਾਲਜ ਦੇ ਵਿੱਚ ਦਾਖਲਾ ਲਿਆ ਵਾ ਜਾਂ ਲੈਣ ਜਾ ਰਹੇ ਜੇ, ਸਟਾਪ ਕਰ ਦਿਓ ਇਹਨੂੰ ਪ੍ਰੋਸੈਸ ਨੂੰ। ਪਿਛਲੇ 3 ਮਹੀਨਿਆਂ ਦੇ ਵਿੱਚ ਮੈਕਸੀਮਮ ਬੱਚਿਆਂ ਨੂੰ ਰਿਫਿਊਜ਼ਲ ਦਿੱਤਾ ਗਿਆ। 25% ਸਕਸੈਸ ਰੇਟ ਰਹਿ ਗਿਆ। 75% ਦੇ ਕਰੀਬ ਵੀਜ਼ਾ ਰਿਫਿਊਜ਼ ਹੋ ਰਿਹਾ। ਜੇ ਤੁਹਾਡਾ ਵੀ 2-4 ਵਾਰ ਰਿਫਿਊਜ਼ ਹੋ ਚੁੱਕਾ, ਰੁਕ ਜਾਓ, ਹਜੇ ਨਾ ਅਪਲਾਈ ਕਰੋ। ਅਪਲਾਈ ਕਰਨ ਵਾਸਤੇ ਪਹਿਲਾਂ 6 ਬੈਂਡ ਈ 'ਚ ਲਓ, ਉਹਦੇ ਤੋਂ ਬਾਅਦ ਕਿਸੇ ਚੰਗੀ ਯੂਨੀਵਰਸਿਟੀ 'ਚ ਅਪਲਾਈ ਕਰੋ। ਆਪਦੇ ਫੰਡ ਸ਼ੋਅ ਕਰਨੇ ਪੈਂਦੇ ਆ ਯੂਨੀਵਰਸਿਟੀ 'ਚ। ਇੱਕ ਬੱਚੇ ਦਾ ਅਸੀਂ ਯੂਨੀਵਰਸਿਟੀ 'ਚ ਕੇਸ ਅਪਲਾਈ ਕੀਤਾ, ਬੱਚੇ ਨੂੰ 2 ਵਾਰ ਕੰਟੀਨਿਊਸਲੀ ਬੈਚਲਰ ਡਿਗਰੀ 'ਚ ਰਿਫਿਊਜ਼ ਕਰ ਦਿੱਤਾ ਗਿਆ। ਜਦੋਂ ਤੀਸਰੀ ਵਾਰ ਕੇਪ ਨੋਟਸ ਕਢਾਏ, ਉਹਦੇ ਵਿੱਚ ਬੜਾ ਕਲੀਅਰ ਲਿਖ ਕੇ ਆਇਆ ਕਿ ਸੱਜਣ ਜੀ, ਤੁਹਾਡੀ ਡਿਗਰੀ 4 ਸਾਲ ਦੀ ਹੈ, ਤੁਸੀਂ ਪੈਸੇ ਤਾਂ ਸਾਲ ਦੇ ਤਾਰੇ ਆ, ਬਾਕੀ 3 ਸਾਲ ਦੀ ਰਕਮ ਕਿੱਥੇ ਹੈ। ਸੋ
ਉਹ ਵੀਜ਼ਾ ਜ਼ਰੂਰ ਦੇਣਾ ਚਾਹੁੰਦੇ ਨੇ। ਗਾਹਕ ਹੋ ਤੁਸੀਂ ਉਹਨਾਂ ਦੇ 20-25 ਲੱਖ ਰੁਪਏ ਦੇ, ਉਹ ਵੀਜ਼ਾ ਤਾਂ ਦੇਣਾ ਚਾਹੁੰਦੇ ਨੇ ਜੇ ਪੈਸੇ ਉਹਨਾਂ ਦੇ ਘਰ ਜਾਣੇ ਆ। ਜੇ ਪੈਸੇ ਤੁਸੀਂ ਡਿਗਰੀ ਵਾਲੇ ਇੰਸਟੀਚਿਊਟ ਨੂੰ ਦੇ ਰਹੇ ਹੋ, ਕਿਸੇ ਸਰਕਾਰੀ ਕਾਲਜ ਯੂਨੀਵਰਸਿਟੀ 'ਚ ਦਾਖਲਾ ਲੈ ਰਹੇ ਹੋ, ਫਿਰ ਵੀਜ਼ੇ ਦੇ ਹੱਕਦਾਰ ਜੇ, ਫਿਰ ਵੀਜ਼ਾ ਮਿਲਦਾ ਪਿਆ। ਅਦਰਵਾਈਜ਼ ਇਹ ਗਰੀਬ ਬੰਦੇ ਦੀ ਖੇਡ ਨਹੀਂ ਰਹਿ ਗਈ। ਜਿਹੜੇ ਲੋਕ ਸੋਚਦੇ ਆ ਉੱਥੇ ਜਾ ਕੇ ਫੀਸਾਂ ਕਮਾ ਲਾਂਗੇ, 2 ਸਾਲ ਦੀ ਪੜ੍ਹਾਈ ਦੇ ਨਾਲ 3 ਸਾਲ ਦਾ ਵਰਕ ਪਰਮਿਟ ਲੈ ਕੇ ਪੱਕੇ ਹੋ ਜਾਣਗੇ, ਪੱਕੇ ਹੋਣ ਵਾਲਾ ਕੰਮ ਬੰਦ ਹੋ ਚੁੱਕਾ। ਕਿਸੇ ਵੀ ਡਿਪਲੋਮੇ ਵਾਲੇ ਸਟੂਡੈਂਟ ਦੀ PR ਨਹੀਂ ਹੋਣੀ। ਇੱਕ ਚੀਜ਼ ਨੂੰ ਬੜਾ ਚੰਗੀ ਤਰ੍ਹਾਂ ਸਮਝ ਲਓ ਕਿ ਅੱਜ PR ਦੇ ਜਿਹੜੇ ਪੁਆਇੰਟ ਬਣਦੇ ਪਏ ਆ, ਉਸ ਸਟੂਡੈਂਟ ਦੇ ਬਣਦੇ ਪਏ ਆ ਜਿਹੜਾ ਬੈਚਲਰ ਡਿਗਰੀ ਕਰਕੇ ਜਾ ਰਿਹਾ ਇੰਡੀਆ ਤੋਂ, ਜਾਂ ਜਿਹੜਾ ਬੱਚਾ ਬੈਚਲਰ ਡਿਗਰੀ ਦੇ ਵਿੱਚ ਦਾਖਲਾ ਲੈ ਰਿਹਾ, ਜਿਹੜਾ 3-4 ਸਾਲ ਉੱਥੇ ਪੜ੍ਹੇਗਾ, ਉਹਦੀ PR ਹੋਣੀ ਹੈ। ਡਿਪਲੋਮੇ ਵਾਲੇ ਬੱਚੇ ਸਾਰੇ ਵਾਪਸ ਆਣੇ ਆ, ਜਾਂ ਡਿਪਲੋਮੇ ਵਾਲੇ ਬੱਚਿਆਂ ਨੂੰ ਫਰਦਰ ਉੱਥੇ 2-2 ਸਾਲ ਹੋਰ ਪੜ੍ਹਨਾ ਪੈਣਾ। ਇਸ ਕਰਕੇ ਤੁਸੀਂ ਜੇ ਵੀਜ਼ਾ ਚਾਹੁੰਦੇ ਜੇ ਕੈਨੇਡਾ ਦਾ, ਤੁਹਾਨੂੰ ਇੱਥੋਂ ਹੀ ਅੱਜ ਬੈਚਲਰ ਡਿਗਰੀ 'ਚ ਦਾਖਲਾ ਲੈਣਾ ਚਾਹੀਦਾ, ਜਿਹਦੇ ਨਾਲ ਤੁਸੀਂ ਵੀਜ਼ੇ ਤੱਕ ਪਹੁੰਚ ਜਾਓਗੇ। ਇਹ ਪੱਕੇ ਹੋਣ ਦੀ ਜਿਹੜੀ ਮੁਹਿੰਮ ਚੱਲੀ ਆ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋਣਾ, ਸਾਨੂੰ ਆਪ ਦਾ ਪੰਜਾਬ ਚੰਗਾ ਨਹੀਂ ਲੱਗਦਾ। ਹੁਣ ਸਾਨੂੰ ਇੱਥੇ ਰਹਿੰਦੇ ਰਿਸ਼ਤੇਦਾਰ ਭੈਣ ਭਰਾ ਵੀ ਚੰਗੇ ਨਹੀਂ ਲੱਗਦੇ। ਜਿਹੜੇ 1-2% ਰਿਸ਼ਤੇਦਾਰ ਦੋਸਤ ਬਾਹਰ ਨੇ, ਉਹ ਬਹੁਤ ਜ਼ਿਆਦਾ ਚੰਗੇ ਲੱਗਦੇ ਨੇ, ਕਿਉਂਕਿ ਉਹ ਹਰ ਰੋਜ਼ ਕਿਸੇ ਨਾ ਕਿਸੇ ਮਹਿੰਗੀ ਗੱਡੀ ਦੇ ਸਾਹਮਣੇ ਖੜੇ ਕਰਕੇ ਆਪਣੇ ਆਪ ਨੂੰ ਫੋਟੋ ਖਿੱਚਦੇ ਨੇ, ਜਾਂ ਉਹ ਬਰਫ਼ ਦੇ ਵਿੱਚ ਝੂਟੇ ਝੂਟਦੇ ਹੋਏ ਸਾਨੂੰ ਵਧੀਆ ਲੱਗਦੇ ਨੇ, ਕਿਉਂਕਿ ਸਾਡੇ ਇੱਥੇ ਬਰਫ਼ ਨਹੀਂ ਪੈਂਦੀ। ਹਾਲਾਤ ਇਦਾਂ ਦੇ ਨਹੀਂ ਨੇ ਜੋ ਤੁਸੀਂ ਸੋਚਦੇ ਹੋ, ਹਾਲਾਤ ਬੱਤਰ ਹੋ ਚੁੱਕੇ ਨੇ। ਇਹ ਖੇਡ ਸਿਰਫ ਉਹਦੇ ਲਈ ਹੈ ਜਿਹਦੇ ਮਾਤਾ ਪਿਤਾ ਦੇ ਕੋਲ ਪੈਸੇ ਹੈ। ਤੁਹਾਡੇ ਕੋਲ 25-50 ਲੱਖ ਰੁਪਈਆ ਪਿਆ ਵਾ, ਤੁਸੀਂ ਆਪਦੇ ਬੱਚੇ ਨੂੰ ਇੱਕ ਚੰਗਾ ਐਕਸਪੋਜ਼ਰ ਦੇਣਾ ਚਾਹੁੰਦੇ ਜੇ, ਉਹ ਜ਼ਿੰਦਗੀ ਜੀ ਲਵੇ ਬਾਹਰ ਜਾ ਕੇ, ਕੱਲ੍ਹ ਨੂੰ ਵਾਪਸ ਵੀ ਆਵੇ ਤਾਂ ਆ ਕੇ ਚੰਗਾ ਇੱਥੇ ਕਾਰੋਬਾਰ ਕਰ ਲਵੇ, ਤਾਂ ਕੈਨੇਡਾ ਵਰਗੀ ਕੋਈ ਆਪਸ਼ਨ ਨਹੀਂ। ਤੁਸੀਂ ਸੋਚਦੇ ਹੋ ਤੁਹਾਡਾ ਬੱਚਾ ਉੱਥੇ ਜਾ ਕੇ ਕੰਮ ਕਰੇ ਔਰ ਆਪਦੀ ਫੀਸ ਵੀ ਕੱਢੇ ਔਰ ਤੁਹਾਨੂੰ ਘਰ ਪੈਸੇ ਵੀ ਭੇਜ ਦੇਵੇ ਔਰ ਆਪਦੀ PR ਵੀ ਲੈ ਲਵੇ, ਉਹ ਸਮਾਂ ਮੁੱਕ ਚੁੱਕਾ ਜੇ। ਅੱਜ ਤੁਹਾਡਾ ਕੰਪੀਟੀਸ਼ਨ ਆਪਣਿਆਂ ਨਾਲ ਹੈ, ਕਿਸੇ ਬਗਾਨੇ ਨਾਲ ਤੇ ਕੰਪੀਟੀਸ਼ਨ ਹੀ ਨਹੀਂ ਹੋਣਾ। ਜੇ ਨੌਕਰੀ ਤੇ ਜਾਣਾ ਤਾਂ ਨੌਕਰੀ ਅਗਲੇ ਪਾਸੇ ਕਿਸੇ ਨਾ ਕਿਸੇ ਇੰਡੀਅਨ ਵੀਰ ਦੇ ਨਾਲ ਹੀ ਤੁਹਾਡੀ ਝਗੜਾ ਹੋਣਾ ਹੈ, ਕਿਉਂਕਿ ਗੋਰਿਆਂ ਦੇ ਨਾਲ ਕੋਈ ਕੰਪੀਟੀਸ਼ਨ ਨਹੀਂ ਰਹਿ ਜਾਣਾ ਸਾਡਾ ਹੁਣ। ਇਸ ਕਰਕੇ ਚੰਗਾ ਇੰਸਟੀਟਿਊਸ਼ਨ ਸਾਨੂੰ ਵੀਜ਼ਾ ਜ਼ਰੂਰ ਦਵਾ ਦੇਊਗਾ। ਅਕਸਰ ਬੱਚੇ ਸਾਡੇ ਕੋਲ ਪਹੁੰਚਦੇ ਆ, ਨਹੀਂ ਜੀ ਮੈਂ ਤਾਂ ਆਹ ਵਾਲਾ ਹੀ ਕਾਲਜ ਲੈਣਾ ਹੈ, ਬ੍ਰਾਂਪਟਨ ਦੇ ਵਿੱਚ ਆ 4 ਕਾਲਜ ਘਰੋਂ ਲਿਖ ਕੇ ਲਿਆ, ਇਹ 4 ਹੀ ਲੈਣੇ ਆ। ਕਿਉਂ ਲੈਣੇ ਆ? ਕਿਉਂਕਿ ਇਹ ਜੀ ਪੜ੍ਹਾਈ ਨਹੀਂ ਹੁੰਦੀ ਉੱਥੇ ਪਾਸ ਕਰ ਦਿੰਦੇ ਆ। ਹੋਰ ਕਿਤੇ ਗੋਰਿਆਂ ਦੇ ਕਾਲਜ 'ਚ ਜਾਵਾਂਗੇ ਤਾਂ ਫੇਲ ਹੋ ਜਾਵਾਂਗੇ। ਕਿਸੇ ਬੱਚੇ ਨੂੰ ਕਹੋ ਤੈਨੂੰ ਸਨੇਕਾ ਕਾਲਜ, ਹੰਬਰ, ਮੋਹਾਕ, ਸ਼ੈਰਡਨ 'ਚ ਭੇਜਦੇ ਹੋ, ਕਹਿੰਦਾ ਨਾ ਜੀ ਨਾ, ਅਸੀਂ ਨਹੀਂ ਜਾਂਦੇ। ਮੈਨੂੰ ਤਾਂ ਤੁਸੀਂ ਜੀ ਕੈਂਬਰੀਅਨ ਕਾਲਜ ਦੇ ਹੈਂਸਨ ਕੈਂਪਸ 'ਚ ਭੇਜ ਦਿਓ, ਮੈਨੂੰ ਤਾਂ ਸੈਂਟ ਲਾਰੈਂਸ ਕਾਲਜ ਚਾਹੀਦਾ, ਮੈਨੂੰ ਤਾਂ ਸੈਂਟ ਕਲੇਅਰ ਕਾਲਜ ਹੀ ਚਾਹੀਦਾ, ਸਾਨੂੰ ਤਾਂ ਨਿਆਗਰਾ ਕਾਲਜ ਦਾ ਟੋਰਾਂਟੋ ਕੈਂਪਸ ਚਾਹੀਦਾ, ਸਾਨੂੰ ਸੂ ਕਾਲਜ ਚਾਹੀਦਾ, ਸਾਨੂੰ ਲੌਲਿਸਟ ਕਾਲਜ ਚਾਹੀਦਾ। ਮੇਨ ਕੈਂਪਸ ਦੇ ਵਿੱਚ ਕੋਈ ਪੜ੍ਹਨ ਨਹੀਂ ਜਾਣਾ ਚਾਹੁੰਦਾ, ਪ੍ਰਾਈਵੇਟ ਕਾਲਜਾਂ ਦੇ ਕੈਂਪਸਾਂ 'ਚ ਪੜ੍ਹਨ ਜਾਣਾ ਚਾਹੁੰਦੇ ਨੇ। ਕਿਉਂ? ਕਿਉਂਕਿ ਉੱਥੇ ਜਾ ਕੇ ਪਾਸ ਹੋ ਜਾਣਗੇ, ਉੱਥੇ ਜਾ ਕੇ ਟੈਕਸੀ ਡਰਾਈਵਰ ਦੀ ਨੌਕਰੀ ਮਿਲ ਜੇਗੀ, ਜਾਂ ਅਸੀਂ ਛੋਟੀਆਂ-ਛੋਟੀਆਂ ਨੌਕਰੀਆਂ ਕਰ ਲਾਂਗੇ। ਤੁਹਾਡੇ ਮਾਤਾ ਪਿਤਾ ਨੇ ਸਾਰੀ ਜ਼ਿੰਦਗੀ ਲਾ ਕੇ ਪੈਸੇ ਜੋੜੇ ਆ, ਜਿਨ੍ਹਾਂ ਪੈਸਿਆਂ ਨਾਲ ਤੁਸੀਂ ਕੈਨੇਡਾ ਚੱਲੇ ਹੋ, ਔਰ ਤੁਹਾਨੂੰ ਕੋਈ ਅਧਿਕਾਰ ਨਹੀਂ ਹੈਗਾ ਇਸ ਪੈਸੇ ਨੂੰ ਉੱਥੇ ਲਟਾਉਣ ਦਾ। ਚੰਗੇ ਇੰਸਟੀਟਿਊਸ਼ਨ 'ਚ ਦਾਖਲਾ ਲਓ ਜਿੱਥੇ ਪੜ੍ਹਾਈ ਜਾਂਦੀ ਹੈ, ਔਰ ਪੜ੍ਹ ਕੇ ਤੁਸੀਂ ਪਾਸ ਹੋਵੋ ਔਰ ਜ਼ਿੰਦਗੀ 'ਚ ਕੁਝ ਸਿੱਖੋ। ਦਿਹਾੜੀਆਂ ਲਾਉਣ ਨੂੰ ਸਾਰੀ ਜ਼ਿੰਦਗੀ ਪਈ ਹੈ। 18-20 ਸਾਲ ਦੀ ਉਮਰ ਹੁੰਦੀ ਹੈ ਜਿਹੜਾ ਬੱਚਾ ਇੱਥੋਂ ਕੈਨੇਡਾ ਜਾਂਦਾ, ਹਜੇ ਤੁਹਾਡੇ ਕੋਲ ਸਾਰੀ ਜ਼ਿੰਦਗੀ ਪਈ ਹੈ ਮੌਜ ਮਸਤੀ ਵਾਸਤੇ। ਜੇ ਤੁਹਾਡੇ ਮਾਤਾ ਪਿਤਾ ਨੇ ਹੌਸਲਾ ਕਰ ਹੀ ਲਿਆ, ਜ਼ਮੀਨ ਵੇਚਤੀ ਹੈ, ਕਰਜ਼ਾ ਚੁੱਕ ਲਿਆ ਵਾ, ਤੁਹਾਡੇ ਵਾਸਤੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਮਿੰਨਤਾਂ ਕਰ ਲਈਆਂ, ਘੱਟੋ ਘੱਟ ਹੁਣ ਪੜ੍ਹਨ ਦੀ ਨੀਤ ਨਾਲ ਜ਼ਰੂਰ ਚਲੇ ਜਾਓ। ਤੁਸੀਂ ਜਿੰਨੀ ਰਕਮ ਕਿਸੇ ਕਾਲਜ ਨੂੰ ਦਿੱਤੀ ਹੈ, ਉਸ ਕਾਲਜ 'ਚ ਉਨੀ ਪੜ੍ਹਾਈ ਤਾਂ ਲੈ ਲਓ। ਨਹੀਂ ਸੁਧਰਦੇ ਸਾਡੇ ਸਟੂਡੈਂਟਸ। ਸਾਡਾ ਬੱਚਾ ਚਾਹੁੰਦਾ ਮੈਨੂੰ ਕੈਨੇਡਾ ਲਾ, ਤੇਰਾ ਕੰਮ ਖਤਮ ਵੀਰ, ਸਾਨੂੰ ਉੱਥੇ ਲਾ ਦੇ, ਅਸੀਂ ਤਾਂ ਪੱਕੇ ਕੈਨੇਡਾ ਵਾਲੇ ਬਣ ਗਏ। ਕੁਝ ਨਹੀਂ ਮਿਲਣਾ ਹੁਣ ਤੁਹਾਨੂੰ। ਅੱਜ CRS ਸਕੋਰ 570 ਦੇ ਆਸ-ਪਾਸ ਜਾ ਰਿਹਾ। ਕੈਨੇਡੀਅਨ ਐਕਸਪੀਰੀਅੰਸ ਕਲਾਸ 'ਚ ਵੀ ਫਾਈਲ ਲਾਓਗੇ ਫਿਰ ਵੀ ਤੁਹਾਡੇ ਪੁਆਇੰਟ ਨਹੀਂ ਬਣਨੇ। ਪੁਆਇੰਟ ਬਣਾਉਣ ਵਾਸਤੇ ਬੈਚਲਰ ਡਿਗਰੀ ਕਰਨੀ ਪੈਣੀ ਹੈ। ਬੈਚਲਰ ਡਿਗਰੀ ਦੀ ਪੜ੍ਹਾਈ ਦਾ ਖਰਚਾ 70 ਤੋਂ 80 ਲੱਖ ਰੁਪਈਆ ਵਾ। ਜਿਹੜੇ ਮਾਂ-ਬਾਪ ਇਹ ਵੀਡੀਓ ਦੇਖ ਰਹੇ, ਸੋਚ ਸਮਝ ਕੇ ਡਿਸੀਜਨ ਲਿਓ। ਕੈਨੇਡਾ ਹੁਣ ਹਰ ਕਿਸੇ ਦੇ ਵੱਸ ਦੀ ਖੇਡ ਨਹੀਂ ਰਹਿ ਗਈ। ਤੁਸੀਂ ਕਰਜ਼ਾ ਚੁੱਕ ਕੇ ਬੱਚਾ ਭੇਜੋਗੇ, ਪੈਸੇ ਨਹੀਂ ਲੱਥਣੇ, ਤੁਸੀਂ ਆਪ ਦਾ ਘਰ ਵੀ ਵਿਕਾ ਲੈਣਾ। ਅੱਜ ਪਹਿਲੀ ਵਿਕੀ ਹੈ, ਕੱਲ੍ਹ ਨੂੰ ਘਰ ਵਿਕ ਜਾਣਾ, ਪਰਸੋਂ ਤੁਸੀਂ ਆਪ ਵਿਕ ਜਾਣਾ ਕੈਨੇਡਾ ਦੇ ਚੱਕਰ 'ਚ। ਜੇ ਤੁਸੀਂ ਬੱਚਿਆਂ ਦੇ ਮਗਰ ਲੱਗ ਗਏ, ਸਿਆਣੇ ਤੁਸੀਂ ਬਣਨਾ। ਤੁਸੀਂ ਬੱਚੇ ਨੂੰ ਜੰਮਿਆ ਵਾ, ਬੱਚੇ ਨੇ ਨਹੀਂ ਤੁਹਾਨੂੰ ਜੰਮਿਆ। ਤੁਹਾਡਾ ਬੱਚਾ ਬਹੁਤ ਕੁਝ ਕਹੇਗਾ ਕਿ ਨਹੀਂ ਮੈਂ ਪੜ੍ਹਨ ਜਾਣਾ। ਕਿੰਨੀ ਕੁ ਦੁਨੀਆ ਪੜ੍ਹਨ ਜਾ ਰਹੀ ਹੈ, ਤਾਂ ਕਿੰਨਾ ਕੁ ਐਡੀ ਕੁ ਹਨੇਰਗਰਦੀ ਆ ਗਈ ਹੈ
कि सानू इत्थे पढ़दे होए डर लगदा, इत्थे असीं फेल हो जन्ने आ, इत्थे असीं 2 साल ला के आईलैट दे विच बैंड लैने आ, नंबर साडे नहीं आंदे, बैंड साडे नहीं आंदे, पैसे साडे कोल शो नहीं कर हुंदे, ਚੱਲੇ ਅਸੀਂ पढ़ना काम करन जाना, पैसे कमान जाना। आस्ट्रेलिया बड़ा वधिया मुल्क है, जाओ उत्थे जाके पैसे कमा लो, जिन्ने कमा सकते हो कमा लो, क्योंकि 2-2.5 साल तो मुल्क बंद सी, बंदियां दी बहुत ज़्यादा लोड़ है, तुसी थोड़े पैसे ना जा सकते हो। विजिटर वीज़ा ते जाके उत्थे स्टूडेंट वीज़ा च कन्वर्ट भी कर सकते हो। साडी कोशिश हुंदी है जे कोई धी पुत्त जा रहा किसी का, ਉਹਦਾ कुछ बने तो सही, जे चाहते हो कि तुहाडा बच्चा भी सेफ रहे उत्थे जाके, बिल्कुल भी इन्हां चक्करां 'च ना पवो, कालजां कूलजां वाले चक्कर 'चों बाहर आ जाओ। एक चंगी यूनीवर्सिटी, सरकारी यूनीवर्सिटी जिहदे च बैचलर डिग्री च तुहाडा दाखला हो जाए और तुसीं पढ़ना है उत्थे जाके, पढ़ाई खत्म करनी है, कुछ सीखना है, वाइट कॉलर जॉब करनी है। असीं उन्ना ही काम करिए जिन्ना कि सानूं टाइम मिले है, जिहदे नाल असीं रोटी का खर्चा कढ लईए, फीसां नहीं निकलनियां। 70 तो 80 लाख रुपया लगना पढ़ाई ते, जे बैचलर डिग्री च जाना, इन्ने पैसे पहला अरेंज कर लीए, कोई जमीन वेच दईए, कोई सरकारी बैंक तो लोन लै लीए, फिर कनेडा वाले बूहे ते जाके खड़े होइए। सच कोड़ा लगदा, जे तुहानूं भी ये कोड़ा लगा मैं उहदे लई माफ़ी चाहांगा। रियलिटी ये है कि वीज़ा देना पैंदा सानूं। साडे कोल स्टूडेंट आंदा, हार के आंदा, वीज़े रिफ्यूज़ करा के आंदा, वीज़ा चाहता कि सर मेरा वीज़ा लवा दिओ, मैं 2 वारी 4 वारी रिफ्यूज़ जे, मेरे बैंड नहीं सी आंदे, मैं हुण बैंड भी लै आया। की जवाब दईए उस स्टूडेंट नूं कि तेरा 4 वारी पहला रिफ्यूज़ है, अज 5वीं वारी भी लगना, फिर रिफ्यूज़ हो जाना। 6 महीने लगते हैं वीज़ा अंबैसी नूं जमा करा के रिफ्यूज़ कराउण दे विच। सब तो कीमती चीज़ समा है और असीं इस समय नूं ही गवाई जाने आ। असीं अज जुलाई दे महीने च आ, तुहानूं सतंबर इंटेक च दाखला करावांगे आस्ट्रेलिया च, तुसीं अगस्त दे विच उड़ जाओगे इत्थों। हालात नूं समझो, समय नूं समझो, टक्करां ना मारो। जे बार बार रिफ्यूज़ हो चुका छड्ड दिओ हुण इहनूं इत्थे ही। कल सवेरे 10 बजे तो शामी 4 बजे तक तुसी जलंधर आके मैनूं मिलो, जिन्नी बारी मर्जी रिफ्यूज़ होया, पहली तुहानूं गाइड करांगे कि तुसी किसी यूनीवर्सिटी च दाखला लैके कनेडा चले जाओ। तुसी नहीं कनेडा जाना, तुहाडा मन नहीं हैगा, पैसे तुहाडे ऑलरेडी खराब हो चुके हैं, असीं आस्ट्रेलिया भेज देंगे तुहानूं, कोई भी पैसा तुहाडे कोल वीज़े तो पहला नहीं भरावांगे। जनानी आदमी जिहड़े जाना चाहते ने, हसबैंड वाइफ इकट्ठे शादी हो गई तुहाडी, इकट्ठे जाना, तुसी आस्ट्रेलिया की फाइल इकट्ठियां दी लगदी, इकट्ठियां नूं वीज़ा मिलदा। कनेडा दे विच साल 2-2 साल तुहाडी बहू कल्ली रहिंदी है उत्थे। तुहाडे बच्चे का वीज़ा किसी का साल बाद आंदा, किसी का 1.5 बाद, किसी का 2 साल बाद भी रिफ्यूज़ हुंदा। इस करके समय की नजाकत नूं समझो, सोच समझ के डिसीजन लो, तां जो तुसी भी आपदे धी पुत्त नूं बाहर भेज पाओ और तुहाडा बच्चा उत्थे जाके कामयाब हो जाए। किसी वेले भी कनेडियन अंबैसी वालों अनाउंसमेंट आई लो कि असीं GIC $20,000 करता। अज वीज़ियां दे विच कहा जा रहा रिफ्यूज़लां च कि तुसीं वापस नहीं आना। दसो कित्थे दा कानून है, कित्थे दा इंसाफ है कि बंदे कोलों 20 लाख रुपया लै लिया, तुसीं बंदे नूं एडमिशन देती, तुसीं साल खराब करता बंदे दा, हुण तुसीं कहंदे हो तुसीं वापस नहीं आना। कौन जवाबदेही है? सवाल उठणगे, सवालों के जवाब देने वाला कोई नहीं है। समझदार बनो, चंगी यूनीवर्सिटी च अप्लाई कर लो, जे बजट है, नहीं चुपचाप आस्ट्रेलिया चल जाओ, इंग्लैंड चल जाओ, यूरोप चल जाओ, किसी होर मुल्क च चल जाओ, इहदा खेड़ा छड्ड दिओ तो जिंदगी च किते ना किते पहुँच जाओगे। धन्यवाद।